ਪੰਥਕ ਨਜ਼ਰ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਜਰ ਸਿੰਘ ਪੰਜਾਬੀ ਵੱਲੋਂ ਭਰਵਾਂ ਸਵਾਗਤ ਹੈ। ਤੇ ਮੇਰੇ ਨਾਲ ਮੌਜੂਦ ਨੇ ਸਰਦਾਰ ਜਸਪਾਲ ਸਿੰਘ ਸਿੱਧੂ ਜੀ। ਸਰਦਾਰ ਜਸਪਾਲ ਸਿੰਘ ਸਿੱਧੂ ਜੀ, ਅੱਜ ਦਾ ਜਿਹੜਾ ਮੁੱਦਾ ਹੈ ਬੜਾ ਭਖਦਾ ਪੰਜਾਬ ਦੇ ਵਿੱਚ, ਜਿਹੜਾ ਕਿ ਬੀਤੇ ਦਿਨੀ ਸਿਹਤ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਵੱਲੋਂ ਜਿਹੜਾ ਕਿ ਪੰਜਾਬ ਬਾਬਾ ਸ਼ੇਖ ਫਰੀਦ ਯੂਨੀਵਰਸਿਟੀ ਦੇ ਜਿਹੜੇ ਵਾਈਸ ਚਾਂਸਲਰ ਨੇ ਡਾਕਟਰ ਰਾਜ ਬਹਾਦਰ, ਉਹਨਾਂ ਨੂੰ ਜਿਹੜਾ ਕਿ ਬੇਇੱਜ਼ਤ ਕੀਤਾ ਗਿਆ, ਜਿਹੜਾ ਜਦੋਂ ਉਹਨਾਂ ਦੇ ਵੱਲੋਂ ਬਾਬਾ ਸ਼ੇਖ ਫਰੀਦ ਦੇ ਵਿੱਚ ਦੌਰਾ ਕੀਤਾ ਜਾ ਰਿਹਾ ਸੀਗਾ। ਸੋ ਉਹ ਮਾਮਲਾ ਬਹੁਤ ਭਖਿਆ ਹੋਇਆ ਹੈ ਅਤੇ ਉਹਦੇ ਸੰਬੰਧ ਵਿੱਚ ਜਿਹੜੇ ਡਾਕਟਰ ਰਾਜ ਬਹਾਦਰ ਦੇ ਹੱਕ ਵਿੱਚ ਕੁਝ ਮੈਡੀਕਲ ਅਫਸਰ ਜਾਂ ਡਾਕਟਰ ਜਿਹੜੇ ਨੇ ਉਤਰ ਰਹੇ ਨੇ, ਜਿਨ੍ਹਾਂ ਦੇ ਵੱਲੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਸੋ ਕਿਸ ਤਰ੍ਹਾਂ ਦਾ ਮਾਮਲਾ ਹੈ, ਕਿੱਧਰ ਨੂੰ ਜਾ ਰਿਹਾ ਪੰਜਾਬ, ਕੀ ਬਣੂਗਾ ਜੇ ਇੱਥੇ ਅੱਜ ਵੀ ਜਿਹੜੇ ਦੀ ਸਰਕਾਰ ਦੇ ਜਿਹੜੇ ਮੰਤਰੀ ਨੇ ਉਹ ਪਿਛਲੀਆਂ ਸਰਕਾਰਾਂ ਦੇ ਮੰਤਰੀਆਂ ਵਾਂਗੂ ਹੀ ਕੰਮ ਕਰ ਰਹੇ ਨੇ? ਦੇਖੋ, ਪਿਛਲੀਆਂ ਸਰਕਾਰਾਂ ਦੇ ਮੰਤਰੀਆਂ ਨਾਲੋਂ ਤਾਂ ਫਰਕ ਹੈ ਬਹੁਤ ਜ਼ਿਆਦਾ। ਇਹ ਨਵੇਂ ਆ ਸਾਰੇ ਬੰਦੇ, ਅਤੇ ਨਵੇਂ MP MLA ਜਿੱਤ ਕੇ ਆਏ ਆ ਅਤੇ ਨਵੇਂ ਮਿਨਿਸਟਰ ਬਣੇ ਆ। ਇਹਨਾਂ ਨੂੰ ਕੋਈ ਐਡਮਿਨਿਸਟ੍ਰੇਸ਼ਨ ਦਾ, ਸਰਕਾਰਾਂ ਦਾ ਤਜਰਬਾ ਨਹੀਂ। ਇਸ ਕਰਕੇ ਕਈ ਵਾਰੀ ਇਹ ਇੱਕ ਮਰਜ਼ਾਦਾ ਤੋਂ ਅੱਗੇ ਵੀ ਕੰਮ ਕਰ ਜਾਂਦੇ ਆ। ਜਿਸ ਤਰੀਕੇ ਨਾਲ ਇੱਕ ਡਾਕਟਰ ਰਾਜ ਬਹਾਦਰ ਨੂੰ, ਜਿਹੜਾ ਵਾਈਸ ਚਾਂਸਲਰ ਹੈ ਬਾਬਾ ਫਰੀਦ ਯੂਨੀਵਰਸਿਟੀ ਦਾ, ਉਸ ਨੂੰ ਉਹ ਪਬਲਿਕਲੀ ਕਹਿ ਦੇਣਾ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਸੀ। ਪਰ ਉਸ ਨੂੰ ਕਹਿਣਾ ਵੀ ਤੂੰ ਇੰਨੇ ਗੰਦੇ ਬੈੱਡ ਦੇ ਉੱਤੇ ਆਪ ਪੈ ਕੇ ਦਿਖਾ, ਇਹ ਆਪਣੇ ਆਪ ਵਿੱਚ ਕੋਈ ਵੱਡੀ ਜ਼ਿਆਦਤੀ ਹੈ। ਅਤੇ ਇਸ ਕਰਕੇ ਇਸ ਕਿਸਮ ਦੀ ਜ਼ਿਆਦਤੀ ਜਿਹੜਾ ਸਿਹਤ ਮੰਤਰੀ ਹੈ ਚੇਤਨ ਸਿੰਘ ਜੋੜੇ ਮਾਜਰਾ, ਉਹਨੂੰ ਕਰਨੀ ਨਹੀਂ ਚਾਹੀਦੀ ਸੀ। ਅਤੇ ਇਹ ਉਹਨੇ ਜ਼ਿਆਦਤੀ ਕੀਤੀ। ਉਸ ਜ਼ਿਆਦਤੀ ਕਰਕੇ ਫਿਰ ਉਹਦਾ ਬਹੁਤ ਵੱਡਾ ਰੌਲਾ ਪਿਆ, ਬੜੀ ਪਬਲਿਸਿਟੀ ਹੋਈ, ਆਪੋਜੀਸ਼ਨ ਨੂੰ ਮੌਕਾ ਮਿਲ ਗਿਆ ਅਤੇ ਆਪੋਜੀਸ਼ਨ ਨੇ ਇਸ ਨੂੰ ਬਹੁਤ ਜ਼ਿਆਦਾ ਵਧਾ ਚੜ੍ਹਾ ਕੇ ਪੇਸ਼ ਕੀਤਾ। ਵਧਾ ਚੜ੍ਹਾ ਕੇ ਇੱਥੋਂ ਤੱਕ ਪੇਸ਼ ਕੀਤਾ ਵੀ ਰਾਜਾ ਵੜਿੰਗ ਉਹਦੇ ਘਰ ਮਿਲਣ ਚਲਾ ਗਿਆ। ਉੱਥੇ ਉਹ ਕਾਫੀ ਨਾਟਕ ਵੀ, ਡਰਾਮਾ ਵੀ ਹੋਇਆ ਵੀ ਉਹ ਡਾਕਟਰ ਰਾਜ ਬਹਾਦਰ ਰੋਇਆ ਅਤੇ ਇਹ ਸਾਰਾ ਕੁਛ ਕੀਤਾ। ਅਤੇ ਉਹ ਪਬਲਿਸਿਟੀ ਬਹੁਤ ਹੋਈ, ਜ਼ਿਆਦਾ ਇਮੋਸ਼ਨਲ ਪਾਰਟ ਵੀ ਉਹਦਾ ਬਹੁਤ ਜ਼ਿਆਦਾ ਹੋਇਆ। ਇਸ ਕਰਕੇ ਜਿਹੜਾ ਪਹਿਲੀ ਵਾਰ ਤਾਂ ਇਹ ਹੋਇਆ ਵੀ ਇੰਨਾ ਜ਼ਿਆਦਾ ਦੂਰ ਤੱਕ ਮੰਤਰੀ ਨੂੰ ਇਸ ਕਿਸਮ ਦਾ ਜਿਹੜਾ ਦੌਰਾ ਕਰਕੇ, ਅਤੇ ਜਿਹੜਾ ਬਹੁਤ ਅਗਾਂਹ ਤੱਕ ਨਹੀਂ ਸੀ ਜਾਣਾ ਚਾਹੀਦਾ, ਸਿੱਧਾ ਇਹਦਾ ਲੋਕਾਂ ਨੇ ਬੁਰਾ ਮਨਾਇਆ। ਇਹਦੇ ਵਿੱਚ ਕੁਛ ਨਾ ਕੁਛ ਹਰੇਕ ਐਡਮਿਨਿਸਟ੍ਰੇਸ਼ਨ 'ਚ ਮਰਜ਼ਾਦਾ ਹੁੰਦੀ ਹੈ ਅਤੇ ਇਹ ਉਹਨਾਂ ਨੂੰ ਮਿਨਿਸਟਰਾਂ ਨੂੰ ਵਰਤਣੀ ਚਾਹੀਦੀ ਸੀ। ਸਿੱਧੂ ਸਾਹਿਬ, ਜਿਵੇਂ ਅਸੀਂ ਗੱਲ ਕਰ ਰਹੇ ਹਾਂ ਕਿ ਡਾਕਟਰ ਰਾਜ ਬਹਾਦਰ ਨਾਲ ਜਿਹੜਾ ਕਿ ਬਹੁਤ ਬਦਤਮੀਜ਼ੀ ਕੀਤੀ ਗਈ, ਉਹਨਾਂ ਨੂੰ ਜਲੀਲ ਕੀਤਾ ਗਿਆ, ਵੀ ਉਸ ਬੈੱਡ ਦੇ ਉੱਪਰ ਲੰਮੇ ਪੈਣ ਦੀ ਕੋਸ਼ਿਸ਼ ਵੀ ਗੱਲ ਕਹੀ ਗਈ। ਅਤੇ ਪਰ ਦੂਜੇ ਪਾਸੇ ਇਹ ਵੀ ਚਰਚਾਵਾਂ ਚੱਲਦੀਆਂ ਨੇ ਕਿ ਡਾਕਟਰ ਰਾਜ ਬਹਾਦਰ ਵੀ ਜਿਹੜੇ ਨੇ ਕਿ ਉਹਨਾਂ ਦਾ ਕਿਰਦਾਰ ਕਿਤੇ ਵੀ ਬਹੁਤ ਵਧੀਆ ਨਹੀਂ ਹੈਗਾ, ਉਹਨਾਂ 'ਤੇ ਵੀ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਜਿਹੜੀਆਂ ਕਿ ਦੋਸ਼ ਲਗਾਏ ਜਾ ਰਹੇ ਨੇ। ਕੀ ਹੈ, ਕਿਉਂ ਇਸ ਤਰ੍ਹਾਂ ਦਾ ਸਾਰਾ ਕੁਝ ਹੁੰਦਾ? ਵੇਖੋ, ਰਾਜ ਬਹਾਦਰ ਦਾ ਪਹਿਲਾਂ ਕਿੰਨਾ ਮਾੜਾ ਕਿਰਦਾਰ ਹੋਵੇ, ਕਰਪਟ ਹੋਵੇ, ਸਾਰੀ ਗੱਲ ਹੋਵੇ ਉਸ ਕਿਸਮ ਦਾ। ਪਹਿਲੀ ਗੱਲ ਤਾਂ ਜਿਹੜਾ ਰਾਜ ਬਹਾਦਰ ਡਾਕਟਰ ਹੈ ਉਹ PGI 'ਚੋਂ ਰਿਟਾਇਰ ਹੋਇਆ, ਸਰਜਨ ਹੈ, ਅਤੇ ਚੰਗਾ ਉਹਦਾ ਨਾਂ ਹੈ ਸਰਜਨ ਦੇ ਲੈਵਲ 'ਤੇ। ਇਸੇ ਕਰਕੇ ਭਗਵੰਤ ਮਾਨ ਕਹਿੰਦਾ ਮੇਰੇ ਪਿਤਾ ਦਾ ਇਲਾਜ ਇਹਨੇ ਕੀਤਾ ਸੀ, ਅਤੇ ਮਾਹਰ ਹੈ ਸਰਜਨ ਦੇ ਲੈਵਲ 'ਤੇ, ਕੋਈ ਸ਼ੱਕ ਨਹੀਂ। ਪਰ ਇਹ ਹੈ ਵੀ ਜਦੋਂ ਬੰਦਾ ਰਿਟਾਇਰ ਹੋਣ ਦੇ ਪਿੱਛੋਂ ਦੁਬਾਰਾ ਇਸ ਕਿਸਮ ਦੀਆਂ ਨੌਕਰੀਆਂ ਲਈ ਜਾਂਦਾ ਤਾਂ ਉਹਨੂੰ ਕੁਛ ਨਾ ਕੁਛ ਇਹ ਕਹਿਣਾ ਪਊ, ਕੁਛ ਥੱਲੇ ਲੱਗਣਾ ਹੀ ਪੈਂਦਾ ਹੈ ਸਾਰਾ ਕੁਛ। ਉਹ ਵਾਈਸ ਚਾਂਸਲਰ ਦੁਬਾਰਾ ਬਣਿਆ ਅਤੇ ਇਸ ਕਰਕੇ ਉਸ ਨੂੰ ਜਿਹੜੀ ਰਿਟਾਇਰਮੈਂਟ ਤੋਂ ਬਾਅਦ ਦਾ ਹੁੰਦਾ, ਇਹਦਾ ਮਤਲਬ ਹੁੰਦਾ ਲਾਲਚੀ। ਅਤੇ ਵੈਸੇ ਤਾਂ ਇਸ ਕਿਸਮ ਦਾ ਹੈ ਵੀ ਤੁਸੀਂ ਕੋਈ ਵੀ ਡਾਕਟਰ ਹੈ ਜਿਸ ਕਿਸਮ ਦਾ ਉਹਦਾ ਨਾਂ ਹੈ ਉਹ ਪੈਸੇ ਬਾਹਰ ਵੀ ਕਮਾ ਸਕਦਾ, ਤਾਂ ਪਰ ਆਪਣੀ ਉਹ ਪੋਜੀਸ਼ਨ ਪਿੱਛੇ ਗਿਆ। ਪਰ ਇਹ ਹੈ ਵੀ ਉਹਦੀ ਜਿਹੜੀ ਸਪੋਰਟ ਦੇ ਵਿੱਚ ਪ੍ਰਿੰਸੀਪਲ ਮੈਡੀਕਲ ਕਾਲਜ ਪਟਿਆਲਾ ਅੰਮ੍ਰਿਤਸਰ ਦੇ ਵੀ ਉਹਦੀ ਸਪੋਰਟ 'ਤੇ ਆਇਆ, ਉੱਥੋਂ ਦਾ ਮੈਡੀਕਲ ਸੁਪਰਡੈਂਟ ਵੀ ਗੁਰੂ ਨਾਨਕ ਹੌਸਪੀਟਲ ਦਾ ਉਹਦੇ ਹੱਕ 'ਚ ਆਇਆ। ਇਹ ਸਾਰਾ ਕੁਛ ਹੋਣ ਦੇ ਨਾਲ ਉਸ ਨੂੰ ਚਾਹੀਦਾ ਸੀਗਾ ਵੀ ਇਹ ਅਤੇ ਹੋਰ ਵੀ ਕਈ ਲੋਕ ਉਹਦੇ ਹੱਕ 'ਚ ਆਏ। ਅਤੇ ਇਹਦੇ 'ਤੇ ਜਿਹੜੇ ਪੁਰਾਣੇ ਡਾਕਟਰ ਹੈ ਸਾਰੇ, ਉਹਨਾਂ ਨੇ ਕਿਹਾ ਵੀ ਇਹ ਕਰਨਾ ਨਹੀਂ ਚਾਹੀਦਾ ਸੀ। ਖਾਸ ਕਰਕੇ ਪਿਆਰੇ ਲਾਲ ਗਰਗ ਹੈ, ਡਾਕਟਰ ਪਿਆਰੇ ਲਾਲ ਗਰਗ ਉੱਥੇ ਰਜਿਸਟਰਾਰ ਰਿਹਾ ਉਸੇ 'ਤੇ, ਇਹਨੇ ਕਿਹਾ ਵੀ ਇਸ ਨੂੰ ਕਦੇ ਪੈਣਾ ਨਹੀਂ ਸੀ ਚਾਹੀਦਾ ਸੀ, ਉੱਥੇ ਬੈੱਡ 'ਤੇ ਪੈ ਕੇ ਦਿਖਾਓ ਗੰਦੇ 'ਤੇ। ਇਸ ਕਿਸਮ ਦਾ ਉੱਥੇ ਬਗਾਵਤ ਕਰਨੀ ਚਾਹੀਦੀ ਅਤੇ ਉਦੋਂ ਹੀ ਅਸਤੀਫਾ ਦੇਣਾ ਚਾਹੀਦਾ ਸੀ। ਪਰ ਅਸਤੀਫਾ ਉਹਨੇ ਮਗਰੋਂ ਦਿੱਤਾ, ਕਿਸੇ ਪ੍ਰੈਸ਼ਰ ਥੱਲੇ ਆ ਕੇ ਦਿੱਤਾ। ਪਰ ਹੁਣ ਇਹਦੇ ਪਿੱਛੋਂ ਦੋ ਹਿੱਸੇ ਬਣ ਗਏ ਆ।
ਹੁਣ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਰੌਲਾ ਪਿਆ। ਹੁਣ ਕੁਛ ਇਸ ਕਿਸਮ ਦੀ ਵੀ ਹੈ ਵੀ ਮਿਨਿਸਟਰ ਠੀਕ ਸੀ, ਮੈਂ ਬਹੁਤ ਜ਼ਿਆਦਾ ਕਿਸੇ ਨੇ ਇਸ ਤਰੀਕੇ ਨਾਲ ਬਰੀਕੀ ਨਾਲ ਦੌਰਾ ਨਹੀਂ ਕੀਤਾ। ਉਹ ਹਰ ਇੱਕ ਕਮਰੇ 'ਚ ਗਿਆ, ਹਰ ਇੱਕ ਥਾਂ ਮਿਲਿਆ ਤੇ ਹਰ ਉਹਦੇ ਕਮਰੇ ਦੀ ਖੋਜ ਕੀਤੀ ਸਾਰੀ ਜਾ ਕੇ ਵੀ ਇੱਥੇ ਕੀ ਗੱਲ ਹੈ। ਤੇ ਵਾਕਿਆ ਹੀ ਉੱਥੇ ਜਿਹੜੇ ਬੈੱਡ ਸੀਗੇ ਉਹ ਗੰਦੇ ਸੀ, ਉੱਲੀ ਲੱਗੀ ਵੀ ਸੀ, ਇੱਥੋਂ ਤੱਕ ਹੈ ਸਾਰਾ। ਉੱਥੋਂ ਦਾ ਜਿਹੜਾ ਸਟਾਫ ਹੈ, ਜਿਹੜਾ ਖਾਸ ਕਰਕੇ ਇੱਕ ਸਟਾਫ ਨਰਸ ਹੈ, ਉਹਨੇ ਬਹੁਤ ਵੱਡਾ ਬਿਆਨ ਦਿੱਤਾ ਵੀ ਇਹ ਪਹਿਲੀ ਵਾਰ ਹੋਇਆ ਵੀ ਕਿਸੇ ਨੇ ਆ ਕੇ ਇੱਥੇ ਸਰਚ ਕੀਤੀ ਹੈ। ਉਹਨੇ ਤਾਂ ਇਹ ਕਿਹਾ ਵੀ ਜਿਹੜਾ ਡਾਕਟਰ ਹੈ, ਡਾਕਟਰ ਜਿਹੜਾ ਵਾਈਸ ਚਾਂਸਲਰ, ਇਹ ਤਾਂ ਫੈਸਿਲੀਟੇਟਰ ਹੈ, ਇਹਨੇ ਤਾਂ ਉਹਨਾਂ ਨੂੰ ਹੈਲਪ ਕਰਨੀ ਸੀ ਸਾਰਾ ਮਰੀਜ਼ਾਂ ਨੂੰ ਜਿਹੜੇ ਆਉਂਦੇ ਆ ਇੱਥੇ, ਗਰੀਬ ਮਰੀਜ਼ ਆਉਂਦੇ ਆ ਮਰੀਜ਼, ਉਹਨਾਂ ਦੀ ਮਦਦ ਲਈ। ਸਵਾਲ ਇਹ ਹੋਇਆ ਪਿਆ ਹੁਣ ਵੀ ਹੌਸਪੀਟਲਾਂ 'ਚ ਜਾਂਦਾ ਕੌਣ ਹੈ? ਸਰਕਾਰੀ ਹੌਸਪੀਟਲਾਂ 'ਚ। ਪ੍ਰਾਈਵੇਟ ਹੌਸਪੀਟਲ ਇੰਨੇ ਮਹਿੰਗੇ ਹੋ ਗਏ ਵੀ ਗਰੀਬ ਕੋਈ ਬਿਮਾਰ ਉੱਥੇ ਜਾ ਹੀ ਨਹੀਂ ਸਕਦਾ। ਸਿੱਧੂ ਸਾਹਿਬ, ਮੈਂ ਇੱਥੇ ਤੁਹਾਡੀ ਇੱਕ ਗੱਲ ਮਾਫ਼ ਕਰਨਾ ਰੋਕ ਰਿਹਾ ਕਿ ਜੇ ਅਸੀਂ ਹਸਪਤਾਲਾਂ ਦੀ ਸਫਾਈ ਦੀ ਗੱਲ ਕਰੀਏ, ਹਸਪਤਾਲਾਂ ਦੇ ਵਿੱਚ ਬਿਸਤਰਿਆਂ ਦੀ ਗੱਲ ਕਰੀਏ, ਦਵਾਈਆਂ ਦੀ ਗੱਲ ਕਰੀਏ, ਤਾਂ ਜਦੋਂ ਉੱਥੇ ਇੱਕ ਮਰੀਜ਼ ਬਣ ਕੇ ਜਦੋਂ ਅਸੀਂ ਜਾਂਦੇ ਹਾਂ ਤਾਂ ਉੱਥੇ ਦੇਖਣ ਨੂੰ ਵਾਕਈ ਪਤਾ ਲੱਗਦਾ ਕਿ ਬਹੁਤ ਮਾੜਾ ਹਾਲ ਹੁੰਦਾ। ਕਿ ਬੀਤੇ ਦਿਨ ਇੱਕ ਡੇਰਾਬੱਸੀ ਦੇ ਸ਼ਾਇਦ ਹਸਪਤਾਲ ਦੀ ਖਬਰ ਆਈ ਸੀ ਕਿ ਉੱਥੇ ਜਿਹੜੀਆਂ ਕਿ ਫਿਲਮਾਂ ਹੀ ਨਹੀਂ ਹੈਗੀਆਂ ਐਕਸਰੇ ਦੀਆਂ, ਜਾਂ ਅਸੀਂ ਆਪ ਵੀ ਜਦੋਂ ਕਿਤੇ ਹਸਪਤਾਲਾਂ ਜਾਈਏ ਤਾਂ ਇਹ ਗੱਲਾਂ ਦਾ ਸਾਨੂੰ ਵੀ ਖਮਿਆਜਾ ਭੁਗਤਣਾ ਪੈਂਦਾ। ਚਾਹੇ ਤੁਸੀਂ ਜਿਹੜਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਸਿਵਲ ਹਸਪਤਾਲ, ਐਡਾ ਵੱਡਾ ਹਸਪਤਾਲ ਹੈ ਜਿਹੜਾ ਪੂਰੇ ਜ਼ਿਲ੍ਹੇ ਨੂੰ ਸੰਭਾਲਦਾ, ਉੱਥੇ ਜਾ ਕੇ ਵੀ ਇਹੋ ਜਿਹੀਆਂ ਜਿਹੜੀਆਂ ਕਿ ਆਮ ਗੱਲਾਂ ਮਿਲਦੀਆਂ ਨੇ, ਪਾਣੀ ਲੀਕੇਜ ਹੈ, ਕਿਤੇ ਗੰਦਗੀ ਹੈ, ਜਾਂ ਇਸ ਤਾਂ ਬਹੁਤ ਕੁਝ ਮਿਲਦਾ, ਪਰ ਬਾਅਦ ਦੇ ਵਿੱਚ ਜਿਹੜਾ ਕਿ ਉਹਨੂੰ ਸੁਧਾਰਨ ਦੀ ਗੱਲ ਕੀਤੀ ਜਾਂਦੀ ਵੀ ਕੀਤਾ ਜਾਏਗਾ। ਸੋ ਇਹ ਜਿਹੜੀਆਂ ਗੱਲਾਂ ਨੇ ਇਹ ਤਾਂ ਹੈਗੀ ਹੈ। ਅਤੇ ਪਰ ਦੂਜੇ ਪਾਸੇ ਗੱਲ, ਹਸਪਤਾਲ ਵੱਡੇ ਜਿਹੜੇ ਡਿਸਪੈਂਸਰੀਆਂ ਪੁਰਾਣੀਆਂ ਚੱਲੀਆਂ ਆ ਰਹੀਆਂ ਨੇ, ਉਹਨਾਂ ਨੂੰ ਕਿਉਂ ਨਹੀਂ ਸੰਭਾਲਿਆ ਜਾ ਰਿਹਾ? ਉਹਨਾਂ ਦੀ ਜਗ੍ਹਾ ਮੁਹੱਲਾ ਕਲੀਨਿਕ ਬਣਾਉਣ ਦੀ ਗੱਲ ਕੀਤੀ ਜਾਂਦੀ ਹੈ। ਅਤੇ ਉਹਦੇ ਸਾਹਮਣੇ ਜਿਹੜੇ ਆ ਕਿ ਤੁਸੀਂ ਦੇਖੋ ਬਾਬਾ ਸ਼ੇਖ ਫਰੀਦ ਯੂਨੀਵਰਸਿਟੀ, ਕਿੰਨੀ ਵੱਡੀ ਯੂਨੀਵਰਸਿਟੀ ਹੈਗੀ ਆ, ਕਿੱਡਾ ਉਹਦਾ ਨਾਮ ਆ, ਕਿੰਨੇ ਉੱਥੋਂ ਬੱਚੇ ਸਿੱਖਿਆ ਲੈ ਕੇ ਜਾਂਦੇ ਨੇ, ਕਿੰਨਾ ਲੋਕ ਉੱਥੇ ਭਰੋਸਾ ਕਰਕੇ ਜਾਂਦੇ। ਜੇ ਉੱਥੇ ਇਹੋ ਜਿਹੇ ਹਾਲਾਤ ਆ, ਫਿਰ ਉੱਥੇ ਆ ਜਿਹੜੇ ਮੁਹੱਲਾ ਕਲੀਨਿਕ ਖੋਲ੍ਹਣ ਦੀ ਗੱਲ ਕਰਦੇ ਆ, ਉਹਨਾਂ ਦੀ ਕੀ ਲੋੜ ਆ? ਕਿਉਂ ਨਹੀਂ ਇਹਨਾਂ ਨੂੰ ਸੰਭਾਲਿਆ ਜਾਂਦਾ? ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਗੌਰਮੈਂਟ ਆ ਸਾਡੀਆਂ ਕਾਫੀ ਸਾਲਾਂ ਤੋਂ, ਪਿਛਲੇ 30 ਸਾਲਾਂ 40 ਸਾਲਾਂ ਤੋਂ ਚੱਲ ਰਿਹਾ। ਅਸੀਂ ਸਿਸਟੇਮੈਟਿਕਲੀ ਪੂਰੇ ਸਿਸਟਮ ਨਾਲ ਸਰਕਾਰੀ ਸਕੂਲਾਂ ਨੂੰ, ਸਰਕਾਰੀ ਹਸਪਤਾਲਾਂ ਨੂੰ ਥੱਲੇ ਕੀਤਾ। ਉਹਨਾਂ ਦੀ ਥਾਂ 'ਤੇ ਜਾਣਬੁੱਝ ਕੇ ਉਹਨਾਂ ਦੇ ਵਿੱਚ ਫਰਨੀਚਰ ਨਹੀਂ ਭੇਜਿਆ, ਉਹਨਾਂ ਵਿੱਚ ਸਹੂਲਤਾਂ ਨਹੀਂ ਭੇਜੀਆਂ, ਇਵੇਂ ਸਰਕਾਰੀ ਸਕੂਲਾਂ ਦਾ ਹਾਲ ਕੀਤਾ ਅਤੇ ਇਵੇਂ ਸਰਕਾਰੀ ਹਸਪਤਾਲਾਂ ਦਾ ਹਾਲ ਕੀਤਾ, ਡਿਸਪੈਂਸਰੀਆਂ ਦਾ ਕੀਤਾ, ਸਭ ਦਾ ਕੀਤਾ, ਤਾਂ ਕਿ ਪ੍ਰਾਈਵੇਟ ਜਿਹੜੇ ਅਦਾਰੇ ਆ ਬਰਾਬਰ 'ਤੇ ਖੜੇ ਹੋ ਜਾਣ, ਲੋਕ ਪ੍ਰਾਈਵੇਟ ਪਾਸੇ ਜਾਣ। ਉੱਧਰ ਸਕੂਲਾਂ 'ਚ ਵੀ ਇਹੀ ਹੋਇਆ ਵੀ ਲੋਕ ਸਰਕਾਰੀ ਸਕੂਲਾਂ 'ਚ ਨਾ ਪੜ੍ਹਨ। ਇਸ ਕਰਕੇ ਸਰਕਾਰੀ ਸਕੂਲਾਂ 'ਚ ਹੁਣ ਇਕੱਲੇ ਦਲਿਤ ਬੱਚੇ ਆ ਅਤੇ ਜਾਂ ਕਿਤੇ ਬਾਹਰੋਂ ਆਏ ਵਿਚਾਰੇ ਭਈਏ ਆ, ਉਹਨਾਂ ਦੇ ਬੱਚੇ ਆ, ਅਤੇ ਉੱਥੇ ਚੰਗਾ ਜਿਹੜਾ ਥੋੜ੍ਹਾ ਜਿਹਾ ਵੀ ਅਫੋਰਡ ਕਰਦਾ ਆਪਦੇ ਬੱਚੇ ਨੂੰ ਉੱਥੇ ਨਹੀਂ ਭੇਜਦਾ। ਇਹੀ ਹਸਪਤਾਲ 'ਚ ਗੱਲਬਾਤ ਹੈ। ਸਰਕਾਰੀ ਹਸਪਤਾਲ 'ਚ ਬਹੁਤ ਹੀ ਬੰਦਾ ਜਿਹਦੀ ਜੇਬ 'ਚ ਕੋਈ ਪੈਸੇ ਨਹੀਂ, ਬਿਲਕੁਲ ਗਰੀਬ ਆਦਮੀ ਉੱਥੇ ਜਾਂਦਾ। ਇਹੀ ਸਾਰਾ ਕੁਛ ਹੈ। ਇਸ ਕਰਕੇ ਜਿਹੜਾ ਤੁਸੀਂ ਕਹਿੰਦੇ ਵੀ ਠੀਕ ਨਹੀਂ ਕੀਤਾ, ਇਹ ਤਾਂ ਸਾਡਾ ਇਹੋ ਜਿਹਾ ਸਿਸਟਮ ਚਲਾਇਆ ਪ੍ਰਾਈਵੇਟਾਈਜ਼ ਕਰਨ ਵਾਸਤੇ, ਖਾਸ ਕਰਕੇ 90 ਤੋਂ ਬਾਅਦ, 1990 ਤੋਂ ਬਾਅਦ ਜਦੋਂ ਅਸੀਂ ਲਿਬਰਲਾਈਜੇਸ਼ਨ ਕਰਤੀ ਕੰਟਰੀ 'ਚ, ਉਦੋਂ ਪਿੱਛੋਂ ਸਿਸਟਮ ਸ਼ੁਰੂ ਕਰਤਾ। ਉਹਦੇ ਥੱਲੇ ਬਹੁਤ ਬੁਰਾ ਹਾਲ ਹਸਪਤਾਲਾਂ ਦੇ ਕੀਤੇ, ਸਰਕਾਰੀ ਹਸਪਤਾਲਾਂ ਦਾ ਤੇ ਸਰਕਾਰੀ ਸਕੂਲਾਂ ਦਾ ਕੀਤਾ। ਇਹੀ ਦੋ ਸਹੂਲਤਾਂ ਡੈਮੋਕ੍ਰੇਸੀ ਦੇ ਵਿੱਚ, ਇੱਕ ਵੈਲਫੇਅਰ ਸਟੇਟ ਵਿੱਚ ਸਰਕਾਰਾਂ ਨੂੰ ਦੇਣੀਆਂ ਚਾਹੀਦੀਆਂ। ਇਹਨਾਂ ਦੋਨਾਂ ਤੋਂ ਸਰਕਾਰਾਂ ਭੱਜ ਰਹੀਆਂ ਤੇ ਭੱਜ ਨਹੀਂ ਰਹੀਆਂ। ਆਪ ਇਹਨਾਂ ਦੇ ਜਿਹੜੇ ਰੂਲਿੰਗ ਪਾਰਟੀਆਂ ਦੇ ਬੰਦੇ ਆ, ਇਹਨਾਂ ਦੀ ਹਿੱਸੇਦਾਰੀ ਹੈ। ਇਹਨਾਂ ਦੇ ਹਸਪਤਾਲ ਹੋ ਗਏ, ਬਣ ਗਏ, ਇਹਨਾਂ ਦੇ ਸਕੂਲ ਯੂਨੀਵਰਸਿਟੀਆਂ ਇਹਨਾਂ ਨੇ ਪ੍ਰਾਈਵੇਟ ਬੰਦਿਆਂ ਨੇ ਖੋਲ੍ਹ ਲਈਆਂ। ਇਸ ਕਰਕੇ ਪ੍ਰੋਫਿਟ ਦਾ ਧੰਦਾ ਬਣਾ ਲਿਆ, ਜਿਹੜਾ ਕਿ ਸੇਵਾ ਦਾ ਕੰਮ ਸੀ ਅਤੇ ਸਹੂਲਤ ਕਰਨੀ ਚਾਹੀਦੀ ਸੀ। ਇਸ ਕਰਕੇ ਉਹ ਜਿਹੜੇ ਕਹਿ ਰਹੇ ਆ ਵੀ ਹਸਪਤਾਲ ਦੇ ਵਿੱਚ ਸਹੂਲਤਾਂ ਨਹੀਂ, ਉਹ ਆਪਣੀ ਥਾਂ 'ਤੇ ਠੀਕ ਹੈ। ਇਸ ਕਰਕੇ ਜ਼ਿੰਮੇਵਾਰੀ ਬਣਦੀ ਹੈ, ਮਿਨਿਸਟਰ ਨੇ ਜਾ ਕੇ ਵਿਜ਼ਿਟ ਵੀ ਕਰਨਾ ਸੀ। ਇੱਕ ਪਾਸਾ ਇਹ ਵੀ ਕਹਿ ਰਿਹਾ ਵੀ ਉਹ ਜਿਹੜਾ ਹੌਸਪੀਟਲ, ਜਿਹੜੇ ਕਮਰੇ ਸੀ ਜਿੱਥੇ ਜਾ ਕੇ ਖੋਲ੍ਹ ਕੇ ਦਿਖਾਏ ਗਏ ਜਾਂ ਬੈੱਡ ਸੀ, ਉਹ ਕੈਦੀਆਂ ਲਈ, ਉਹ ਸਪੈਸ਼ਲ ਉਹ ਕੈਦੀਆਂ ਦੇ ਲਈ ਰੱਖੇ ਹੋਏ ਸੀਗੇ ਜਿਹੜੇ ਜੇਲ੍ਹਾਂ 'ਚੋਂ ਆਉਂਦੇ, ਜਿਨ੍ਹਾਂ ਦੇ ਇਲਾਜ ਲਈ ਆ। ਪਰ ਕੈਦੀਆਂ ਲਈ ਵੀ ਠੀਕ ਰੱਖਣੇ ਚਾਹੀਦੇ ਆ। ਅਤੇ ਇਸ ਹੈ ਤਾਂ ਉਹ ਇਨਸਾਨ, ਪਰ ਇਹ ਸਾਰਾ ਕੁਛ ਆ ਜਿਹੜਾ ਸਾਰਾ ਇਹ ਬਹੁਤ ਤੰਤਰ ਵਿਗੜਿਆ ਹੋਇਆ। ਅਤੇ ਇਸ ਵਿਗੜੇ ਹੋਏ ਤੰਤਰ ਨੂੰ ਉਮੀਦ ਸੀ ਵੀ ਆਮ ਆਦਮੀ ਪਾਰਟੀ ਆਏਗੀ, ਅਤੇ ਆਮ ਆਦਮੀ ਪਾਰਟੀ ਬਿਲਕੁਲ ਵੱਖਰੇ ਕਿਸਮ ਦੇ ਆਏ ਆ। ਪਹਿਲਿਆਂ ਨੇ ਤਾਂ ਕਦੇ ਨਾਂ ਨਹੀਂ ਲਿਆ, ਕਦੇ ਵਿਜ਼ਿਟ ਨਹੀਂ ਕੀਤਾ ਸਾਰਾ ਕੁਛ। ਅਤੇ ਇਸ ਕਰਕੇ ਪਰ ਹਜੇ ਵੀ ਇਹਨਾਂ ਦੇ ਬੰਦਿਆਂ ਨੇ ਵੀ ਜੇ ਕੀਤਾ
ਤਾਂ ਥੋੜ੍ਹਾ ਜਿਹਾ ਉਸ ਨੂੰ ਹਿਸਾਬ ਨਾਲ ਕਿਸੇ ਸਿਸਟਮ 'ਚ ਕਿਸੇ ਮਰਜ਼ਾਦਾ 'ਚ ਰਹਿ ਕੇ ਕਰਨਾ ਚਾਹੀਦਾ ਸੀ। ਇਸ ਕਿਸਮ ਦਾ ਦੂਰ ਤੱਕ ਨਹੀਂ ਜਾਣਾ ਚਾਹੀਦਾ ਸੀ। ਸਿੱਧੂ ਸਾਹਿਬ ਵੀ ਜਿਵੇਂ ਕਿ ਇਸ ਮਸਲੇ ਦੇ ਉਲਝਣ ਤੋਂ ਬਾਅਦ ਜਿਹੜਾ ਕਿ ਇੱਕ ਨਵਾਂ ਜਿਹੜਾ ਕਿ ਅਸੀਂ ਜੇ ਦੇਖੀਏ ਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਜਿਹੜੀਆਂ ਕਿ ਤਰੇੜਾਂ ਪੈਂਦੀਆਂ ਨਜ਼ਰ ਆ ਰਹੀਆਂ ਨੇ, ਸੋ ਇਸ ਤਰ੍ਹਾਂ ਦੇ ਦੇਖ ਕੇ, ਕਿਉਂਕਿ ਜਿੱਥੇ ਇੱਕ ਪਾਸੇ ਸਿਹਤ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਵੱਲੋਂ ਦੌਰਾ ਕੀਤਾ ਗਿਆ ਹਸਪਤਾਲ ਦਾ, ਅਤੇ ਉਸ ਤੋਂ ਬਾਅਦ ਜੋ ਕਾਰਵਾਈ ਕੀਤੀ ਗਈ ਹੈ, ਅਤੇ ਦੂਜੇ ਪਾਸੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਗੱਲ ਕਹਿਣੀ ਹੈ ਕਿ ਡਾਕਟਰ ਰਾਜ ਬਹਾਦਰ ਨੇ ਮੇਰੇ ਪਿਤਾ ਦਾ ਇਲਾਜ ਕੀਤਾ ਸੀਗਾ। ਕੀ ਉਹਨਾਂ ਦੇ ਪਿਤਾ ਦਾ ਇਲਾਜ ਕੀਤਾ ਸੀਗਾ ਇਸ ਲਈ ਰਾਜ ਬਹਾਦਰ ਜਿਹੜੇ ਕਿ ਚੰਗੇ ਵਿਅਕਤੀ ਨੇ, ਕਿ ਜਾਂ ਫਿਰ ਲੋਕਾਂ ਦੇ ਨਾਲ ਮਾੜਾ ਹੋ ਰਿਹਾ ਇਸ ਲਈ ਜਿਹੜੇ ਆ ਕਿ ਡਾਕਟਰ ਜਿਹੜਾ ਕਿ ਸਿਹਤ ਮੰਤਰੀ ਚੇਤਨ ਸਿੰਘ ਜੋੜੇ ਮਾਜਰੇ ਨੇ ਉਹਨਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ, ਪਰ ਜਿਹੋ ਜਿਹਾ ਵਿਵਹਾਰ ਕੀਤਾ ਉਹ ਮੰਦਭਾਗਾ। ਵੇਖੋ ਮੰਦਭਾਗਾ ਤਾਂ ਇੱਥੋਂ ਤੱਕ ਕਹਿ ਸਕਦੇ ਵੀ ਹਰ ਚੀਜ਼ ਦੀ ਇੱਕ ਮਰਜ਼ਾਦਾ ਹੁੰਦੀ ਆ, ਉਹ ਮਰਜ਼ਾਦਾ ਲੰਘਣੀ ਨਹੀਂ ਚਾਹੀਦੀ। ਉਸ ਨੂੰ ਸਜ਼ਾ ਵੀ ਦੇ ਸਕਦਾ ਸੀ ਮੰਤਰੀ ਲੈਵਲ 'ਤੇ, ਕੋਈ ਨਾ ਕੋਈ ਹੋਰ ਤਰੀਕਾ ਕਰ ਸਕਦਾ ਸੀ, ਕੋਈ ਉਹਦੀ ਮੰਤਰੀ ਉਸ VC ਦੇ ਨੂੰ ਉਤਾਰ ਕੇ ਕਿਸੇ ਹੋਰ ਨੂੰ ਲਿਆ ਸਕਦੇ ਸੀ। ਇਹ ਸਾਰਾ ਕੁਝ ਸਰਕਾਰਾਂ ਕਰ ਸਕਦੀਆਂ ਸੀ, ਪਰ ਇਹ ਸਾਰਾ ਕੁਛ ਟਿਟ ਫਾਰ ਟੈਟ ਵਾਲੀ ਜਿਹੜੀ ਪਾਲਿਸੀ ਹੈ ਵੀ ਉਹਦਾ ਅਦਲੇ ਦਾ ਬਦਲਾ ਸਾਰਾ ਦਿਖਾਉਣਾ, ਇਹ ਆਪਣੇ ਆਪ ਵਿੱਚ ਗਲਤ ਹੈ। ਇਹਦੇ ਲੋਕਾਂ ਨੂੰ ਠੀਕ ਨਹੀਂ ਲੱਗਿਆ, ਅਤੇ ਮੌਕਾ ਵੀ ਮਿਲਿਆ ਆਪੋਜੀਸ਼ਨ ਨੂੰ। ਇਹਨਾਂ ਨੇ ਬਹੁਤ ਜ਼ਿਆਦਾ ਵਧਾ ਚੜਾ ਕੇ ਪੇਸ਼ ਕੀਤਾ, ਸੋਸ਼ਲ ਮੀਡੀਆ ਨੇ ਤਾਂ ਬਹੁਤ ਜ਼ਿਆਦਾ ਕੀਤਾ, ਪਰ ਦੂਜੇ ਪਾਸੇ ਜ਼ਰੂਰ ਹੈ ਵੀ ਹੌਸਪੀਟਲਾਂ ਵਿੱਚ ਮੰਤਰੀ ਜਾਣੇ ਚਾਹੀਦੇ ਆ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਪਰ ਜਾ ਕੇ ਉੱਥੇ ਕਰਨ ਕੀ, ਪੈਸੇ ਦੇਣ, ਉੱਥੇ ਸਾਰਾ ਕੁਛ ਅਰੇਂਜ ਕਰਨ। ਸਰਕਾਰਾਂ ਪੈਸਿਆਂ ਤੋਂ ਤਾਂ ਭੱਜ ਰਹੀਆਂ, ਸਾਰਾ ਕੁਛ ਸਹੂਲਤਾਂ ਦਿੰਦੀਆਂ ਨਹੀਂ। ਇਸੇ ਕਰਕੇ ਮੁਹੱਲਾ ਜਿਹੜਾ ਕਲੀਨਿਕ ਦੀ ਗੱਲ ਤੁਸੀਂ ਕੀਤੀ ਸੀ ਪਹਿਲਾਂ, ਇਹ ਮੁਹੱਲਾ ਕਲੀਨਿਕ ਆ ਜਿਹੜਾ, ਇਹ ਤਾਂ ਉੱਥੋਂ ਦੀ ਨਕਲ ਹੈ ਦਿੱਲੀ ਦੇ ਕੇਜਰੀਵਾਲ ਸਰਕਾਰ ਦੀ। ਉੱਥੇ ਮੁਹੱਲਾ ਕਲੀਨਿਕ ਹੈ ਜਿਹੜੇ ਕੰਮ ਕਰ ਗਏ। ਇੱਥੇ ਸਾਡੇ ਮੁਹੱਲੇ 'ਚ ਡਿਸਪੈਂਸਰੀਆਂ ਜਿਹੜੀਆਂ ਹੈ ਉਹਨਾਂ ਦਾ ਬਹੁਤ ਬੁਰਾ ਹਾਲ ਹੈ। ਮੈਂ ਤਾਂ ਖੁਦ ਵੀ ਇਹ ਪਿੰਡਾਂ ਦੀ ਕਿਸੇ ਡਿਸਪੈਂਸਰੀ 'ਚ ਜਾਣ ਦਾ, ਹੌਸਪੀਟਲ ਜਾਣ ਦਾ ਮੌਕਾ ਮਿਲਿਆ ਸੀ, ਫਸਟ ਏਡ ਦਾ ਇਲਾਜ ਤੱਕ ਵੀ ਨਹੀਂ ਹੈ। ਇਸ ਕਰਕੇ ਇਹ ਕਿਸੇ ਦੇ ਸੱਟ ਵੱਜੀ ਸੀ ਲੜਕੇ ਦੇ, ਉਹਦੀ ਡੈਥ ਹੀ ਇੱਥੇ ਨੌਜਵਾਨ ਲੜਕੇ ਦੀ 16-17 ਸਾਲ ਦੇ ਇਸ ਕਰਕੇ ਹੋ ਗਈ ਵੀ ਉਹਦੇ ਕੋਲ ਬੇਸਿਕ ਮੁੱਢਲਾ ਵੀ ਹੌਸਪੀਟਲ 'ਚ, ਤੁਸੀਂ ਡਿਸਪੈਂਸਰੀ ਦੀ ਗੱਲ ਕਰਦੇ ਹੋ, ਅਤੇ ਉਹ ਤਹਿਸੀਲ ਲੈਵਲ ਦੇ ਹੌਸਪੀਟਲ ਵਿੱਚ ਉਹ ਵੀ ਅਰੇਂਜਮੈਂਟ ਨਹੀਂ ਸੀ। ਇਹ 3 ਸਾਲ ਦੀ ਗੱਲ ਹੈ, ਅਤੇ ਇਸ ਕਰਕੇ ਇਹ ਸਾਰਾ ਕੁਛ ਆਪਣੇ ਆਪ ਵਿੱਚ ਬੜਾ ਵੀ ਅਨਫੋਰਚੂਨੇਟ ਹੈ, ਬੜਾ ਦੁਖਦਾਈ ਹੈ। ਅਤੇ ਇਹਦੇ ਉੱਤੇ ਪੋਲੀਟਿਕਸ ਜਿਹੜੀ ਹੋ ਰਹੀ ਹੈ ਦੋਨੋਂ ਸਾਈਡਾਂ ਉੱਤੇ, ਇਹ ਹੋਰ ਵੀ ਦੁਖਦਾਈ ਗੱਲ ਹੈ। ਚਾਹੀਦਾ ਇਹ ਹੈ ਵੀ ਜੋ ਕੁਛ ਵੀ ਹੋਇਆ ਹੁਣ ਇਹਨਾਂ ਨੂੰ ਸੁਧਾਰਨ ਦੀ ਗੱਲ ਹੌਸਪੀਟਲਾਂ ਨੂੰ ਹੋਣੀ ਚਾਹੀਦੀ ਹੈ। ਸਿੱਧੂ ਸਾਹਿਬ ਵੀ ਜਿਵੇਂ ਦੇਖੀਏ ਕਿ ਡਾਕਟਰ ਰਾਜ ਬਹਾਦਰ ਦੇ ਨਾਲ ਇਹ ਬਦਸਲੂਕੀ ਹੋਣ ਤੋਂ ਬਾਅਦ ਮੈਡੀਕਲ ਹਸਪਤਾਲ ਅੰਮ੍ਰਿਤਸਰ ਦੇ ਜਿਹੜੇ ਡਾਇਰੈਕਟਰ ਨੇ ਉਹਨਾਂ ਨੇ ਵੀ ਜਿਹੜਾ ਕਿ ਕਹਿਤਾ ਕਿ ਮੈਂ ਅਸਤੀਫਾ ਦੇਵਾਂਗਾ। ਉਹ ਡਾਕਟਰ ਰਾਜ ਬਹਾਦਰ ਦੇ ਜਿਹੜੇ ਹੱਕ ਵਿੱਚ ਨਿਤਰੇ ਨੇ। ਇਸੇ ਤਰ੍ਹਾਂ ਜਿਹੜਾ ਕਿ ਗੁਰੂ ਨਾਨਕ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੇ KD ਸਿੰਘ, ਉਹਨਾਂ ਨੇ ਉਹ ਕਹਿੰਦੇ ਮੈਂ ਵੀ ਅਸਤੀਫਾ ਦੇਵਾਂਗਾ। ਜੇ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਪਈਆਂ, ਜੇ ਪੰਜਾਬ ਦੇ ਡਾਕਟਰ ਜਾਂ ਡਾਇਰੈਕਟਰ ਜਾਂ ਮੈਡੀਕਲ ਜਿਹੜਾ ਕਿ ਉਹਨਾਂ ਦਾ ਅਮਲਾ ਹੁੰਦਾ ਆ, ਸਿਹਤ ਅਮਲਾ ਹੁੰਦਾ, ਜੇਕਰ ਉਹ ਇਸ ਤਰ੍ਹਾਂ ਅਸਤੀਫੇ ਦੇਣ ਲੱਗ ਗਏ ਤਾਂ ਫਿਰ ਕਿੱਥੇ ਜਾਊਗਾ ਇਹ? ਕੀ ਇਹ ਸਾਡਾ ਰੰਗਲਾ ਪੰਜਾਬ ਬਣੂਗਾ, ਜਾਂ ਫਿਰ ਇਹ ਦੁਬੰਗਲਾ ਪੰਜਾਬ ਬਣੂਗਾ, ਜਾਂ ਫਿਰ ਇਹ ਪੰਜਾਬ ਉੱਜੜਦਾ ਪੰਜਾਬ ਬਣ ਕੇ ਰਹਿ ਜਾਊਗਾ? ਦੇਖੋ, ਇਹ ਤਾਂ ਇੱਕ ਪ੍ਰੈਸ਼ਰ ਟੈਕਟਿਕਸ ਹੈ। ਐਵੇਂ ਕਿਸੇ ਬੰਦੇ ਦੀ ਆਪਦੇ ਬਰਾਬਰ ਦੇ ਦੀ ਸਪੋਰਟ ਕਰਨੀ ਹੁੰਦੀ ਆ, ਨਾ ਅਸਤੀਫਾ ਦਿੱਤਾ ਨਾ ਕਿਸੇ ਨੇ ਐਕਸੈਪਟ ਕਰਨਾ ਹੁੰਦਾ। ਇਹ ਤਾਂ ਇੱਕ ਪ੍ਰੈਸ਼ਰ ਬਣਾਉਣ ਦਾ ਢੰਗ ਹੈ। ਉਹ ਲੁਧਿਆਣੇ ਉੱਥੇ ਅੰਮ੍ਰਿਤਸਰ ਵਾਲੇ ਦੋਨੋਂ ਜਿਹੜੇ ਡਾਕਟਰ ਸੀਨੀਅਰ ਡਾਕਟਰ ਉਹਨਾਂ ਨੇ ਕੀਤੀ ਹੈ। ਇਹਦੇ ਪਿੱਛੇ ਕੋਈ ਬਹੁਤਾ ਇਸ ਦੇ ਪਿੱਛੇ ਕੋਈ ਮਤਲਬ ਨਹੀਂ ਹੈ, ਬਹੁਤਾ ਸਾਨੂੰ ਇਹਦੇ ਵਿੱਚੋਂ ਕੋਈ ਮਤਲਬ ਨਹੀਂ ਜ਼ਿਆਦਾ ਕੱਢਣੇ ਚਾਹੀਦੇ। ਇਹ ਤਾਂ ਰਾਜ ਬਹਾਦਰ ਦੀ ਡਾਕਟਰ ਦੀ ਸਪੋਰਟ ਦੇ ਵਿੱਚ ਹੀ ਸਾਰਾ ਕੁਛ ਕੀਤਾ ਉਹਨਾਂ ਨੇ। ਇਹ ਸਪੋਰਟ ਹੈ ਇੱਕ ਤਰੀਕੇ ਦੀ ਵੀ ਆਪਦੀ ਜਿਹੜੀ ਫੈਟਰਨਿਟੀ ਹੈ, ਜਿਹੜਾ ਉਹਨਾਂ ਦਾ ਡਾਕਟਰਾਂ ਦਾ ਜਿਹੜਾ ਸਾਰਾ ਕੁਣਬਾ ਹੈ, ਭਾਈਚਾਰਾ, ਉਹਦੇ ਲਈ ਉਹਨਾਂ ਨੇ ਖੜਨਾ ਸੀ। ਇਹ ਇੱਕ ਸਧਾਰਨ ਜੀ ਗੱਲ ਹੈ, ਰੌਲਾ ਇਹਦੇ ਨਾਲ ਨਹੀਂ ਹੈ। ਸਵਾਲ ਇਹ ਹੈ ਵੀ ਭਗਵੰਤ ਮਾਨ ਨੇ ਖੁਦ ਮਾਫੀ ਵਾਲੇ ਲਹਿਜੇ ਵਿੱਚ ਗੱਲਬਾਤ ਕੀਤੀ, ਡਾਕਟਰ ਨੂੰ VC ਨੂੰ ਬੁਲਾਇਆ, ਉਸ ਨੂੰ ਵੀ ਆ ਕੇ ਮਿਲੋ, ਪਤਾ ਨਹੀਂ ਮਿਲਿਆ ਕਿ ਨਹੀਂ ਮਿਲਿਆ। ਇਹ ਵੀ ਗੱਲਾਂ ਚੱਲ ਰਹੀਆਂ ਵੀ ਹੁਣ ਮੰਤਰੀ ਦੀ ਹੈ, ਜਿਹੜਾ ਸਿਹਤ ਮੰਤਰੀ ਆ, ਉਹਦਾ ਮਹਿਕਮਾ ਬਦਲਣ ਦੀ ਗੱਲ ਵੀ ਚੱਲ ਰਹੀ ਹੈ। ਇੱਥੋਂ ਤੱਕ ਵੀ ਖਬਰਾਂ ਆ ਰਹੀਆਂ ਵੀ ਉਸ ਨੂੰ ਭਗਵੰਤ ਮਾਨ ਨੇ ਟੈਲੀਫੋਨ 'ਤੇ ਬਹੁਤ ਬੁਰਾ ਭਲਾ ਕਿਹਾ ਵੀ ਇਹ ਤੂੰ ਕੀ ਕੀਤਾ। ਤੋ ਇਸ ਕਿਸਮ ਦਾ ਸਾਰੀ ਗੱਲਾਂ 'ਤੇ ਹੋਊ, ਪਰ ਉੱਥੇ ਹੌਸਪੀਟਲ ਦੇ ਵਿੱਚ ਬਹੁਤ ਲੋਕ ਮਿਨਿਸਟਰ ਦੀ ਸਪੋਰਟ 'ਤੇ ਵੀ ਆ ਗਏ।
ਇਸ ਕਰਕੇ ਇਹ ਸਾਰਾ ਕੁਝ ਚੱਲ ਰਿਹਾ ਦੋਨੋਂ ਪਾਸਿਆਂ ਦਾ। ਸਾਨੂੰ ਦੇਖਣਾ ਪਊ ਵੀ ਅਖੀਰ ਕੀ ਹੁੰਦਾ। ਸਵਾਲ ਹੈ ਵੀ ਇਹਦੇ 'ਚੋਂ ਕੋਈ ਚੰਗੀ ਚੀਜ਼ ਨਿਕਲਣੀ ਚਾਹੀਦੀ ਹੈ ਜਿਹੜੀ ਕਿ ਲੋਕਾਂ ਦੇ ਫਾਇਦੇ 'ਚ ਹੋਵੇ, ਤੇ ਨਹੀਂ ਤਾਂ ਆਹ ਛੋਟੀ ਛੋਟੀ ਗੱਲ ਦੇ ਵਿੱਚ ਕਰਕੇ ਇਹ ਸਾਰਾ ਕੁਝ ਇਉਂ ਦੀ ਹੋਣਾ ਰਹਿਣਾ ਨਹੀਂ ਚਾਹੀਦਾ। ਸਿੱਧੂ ਸਾਹਿਬ ਵੀ ਚਲੋ ਅਸੀਂ ਗੱਲ ਮੰਨੀ ਆ ਕਿ ਡਾਕਟਰ ਰਾਜ ਬਹਾਦਰ ਨੇ ਵੀ ਗਲਤੀਆਂ ਕੀਤੀਆਂ ਨੇ, ਤੇ ਦੂਜੇ ਪਾਸੇ ਜਿਹੜੀ ਆ ਕਿ ਸਿਹਤ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਨੇ ਵੀ ਜਿਹੜੀ ਕਿ ਇੱਕ ਗਲਤੀ ਕਰ ਲਈ ਹੈ। ਹੋ ਸਕਦਾ ਕਿ ਉਹ ਕੋਈ ਚੰਗਾ ਕਰਨ ਗਏ ਹੁਣ, ਪਰ ਉਹ ਜਲਦਬਾਜ਼ੀ ਦੇ ਵਿੱਚ ਉਹਨਾਂ ਕੋਲੋਂ ਗਲਤ ਵੀ ਹੋਇਆ ਹੋਵੇ। ਪਰ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਦੋਹਾਂ ਨੂੰ ਕਿਸ ਤਰ੍ਹਾਂ ਨਜਿੱਠਿਆ ਜਾ ਸਕਦਾ ਹੈ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਕੁਝ ਚੰਗਾ ਨਿਕਲਣਾ ਚਾਹੀਦਾ ਹੈ, ਅਤੇ ਜੇ ਗੱਲ ਇਹ ਕਰ ਦਿੱਤੀ ਜਾਵੇ, ਚਾਹੇ ਉਹ ਡਾਕਟਰ ਰਾਜ ਬਹਾਦਰ ਜਿਨ੍ਹਾਂ ਨੇ ਅਸਤੀਫਾ ਦਿੱਤਾ ਪਰ ਉਹ ਅਸਤੀਫਾ ਮੰਨਿਆ ਨਹੀਂ, ਕਹਿਤਾ ਕਿ ਉਹਨਾਂ ਦੀ ਬਦਲੀ ਕੀਤੀ ਜਾਂਦੀ ਹੈ ਜਾਂ ਉਹਨਾਂ ਨੂੰ ਕਿਸ ਤਰ੍ਹਾਂ ਕੀਤਾ ਜਾਂਦਾ, ਕਿਉਂਕਿ ਹੋ ਸਕਦਾ ਕਿ ਜਿਹੜੀਆਂ ਦੂਜੀਆਂ ਸਿਆਸੀ ਧਿਰਾਂ ਨੇ ਉਹਨਾਂ ਦੇ ਵੱਲੋਂ ਪ੍ਰੈਸ਼ਰ ਦੇ ਅੰਦਰ ਆ ਕੇ ਉਹਨਾਂ ਨੇ ਕਹਿਤਾ ਵੀ ਮੈਂ ਅਸਤੀਫਾ ਦੇਣਾ। ਤੇ ਪਰ ਜੇਕਰ ਚੇਤਨ ਸਿੰਘ ਜੋੜੇ ਮਾਜਰਾ ਦਾ ਕੋਈ ਮਹਿਕਮਾ ਵੀ ਬਦਲ ਦਿੰਦੇ ਹੋ ਤਾਂ ਫਿਰ ਉਹਦੇ ਨਾਲ ਕੀ ਸੁਝਾਅ ਆਏਗਾ, ਉਹਦੇ ਨਾਲ ਕੀ ਹਾਲਾਤ ਦੇ ਵਿੱਚ ਸੁਧਾਰ ਆਏਗਾ? ਵੇਖੋ, ਪਹਿਲੀ ਗੱਲ ਤਾਂ ਇਹ ਵੀ ਇਹਨਾਂ 'ਚ 10-12 ਦਰਜਨ ਦੇ ਨੇੜੇ ਤੇੜ ਇਹਦੇ ਵਿੱਚ ਜਿੱਤ ਕੇ ਡਾਕਟਰ ਐਮਐਲਏ ਜਿੱਤ ਕੇ ਆਏ ਆ। ਕੋਸ਼ਿਸ਼ ਤਾਂ ਇਹ ਚਾਹੀਦੀ ਹੈ ਵੀ ਡਾਕਟਰਾਂ ਦੇ ਵਿੱਚੋਂ ਹੀ ਕੋਈ ਡਾਕਟਰ ਸਿਹਤ ਮੰਤਰੀ ਬਣਾਇਆ ਜਾਵੇ। ਠੀਕ ਹੈ, ਡਾਕਟਰਾਂ ਦੀ ਆਪ ਦੀ ਨੌਕਰੀ ਕਰਦੇ ਵੇਲਿਆਂ ਦਾ ਕਿਸੇ ਪਾਸੇ ਝੁਕਾਅ ਵੀ ਹੋ ਸਕਦਾ, ਅਤੇ ਉਹ ਝੁਕਾਅ ਕਰਕੇ ਵੀ ਇਹਨਾਂ ਨੂੰ ਲਿਆਂਦਾ ਨਹੀਂ ਗਿਆ ਜਾਂ ਇਹ ਸਹੀ ਫੈਸਲਾ ਨਹੀਂ ਲੈ ਸਕਦੇ। ਆਪਦੇ 'ਤੇ ਵੀ ਉਹਨਾਂ 'ਤੇ ਕਿਸੇ ਵੇਲੇ ਦਾ ਕੋਈ ਨਾ ਕੋਈ ਲਾਂਛਨ ਲੱਗੇ ਹੋਣਗੇ। ਪਰ ਜੇ ਇਹਨਾਂ ਨੂੰ ਨਹੀਂ ਬਣਾਉਣਾ ਸੀ ਤਾਂ ਇਹ ਕਮ ਸੇ ਕਮ ਕਿਸੇ ਨੂੰ ਥੋੜ੍ਹਾ ਜਿਹਾ ਪੜ੍ਹਿਆ ਲਿਖਿਆ ਐਜੂਕੇਸ਼ਨ ਸਾਈਡ 'ਤੇ ਪਤਾ ਹੋਵੇ ਜਾਂ ਤਜਰਬਾ ਹੋਵੇ, ਉਹਨੂੰ ਮਿਨਿਸਟਰ ਬਣਾਉਣਾ ਚਾਹੀਦਾ। ਇਹ ਵੀ ਥੋੜ੍ਹਾ ਜਿਹਾ ਇਹ ਲੱਗਦਾ ਵੀ ਮਿਨਿਸਟਰ ਨੂੰ ਇਹ ਵੀ ਸਾਰੀਆਂ ਗੱਲਾਂ ਦਾ ਨਹੀਂ ਪਤਾ, ਐਡਮਿਨਿਸਟ੍ਰੇਸ਼ਨ ਦਾ ਤਾਂ ਬਿਲਕੁਲ ਨਹੀਂ ਪਤਾ ਇਹਨੇ ਜਿੰਨੇ ਮੰਤਰੀ ਆ ਰਹੇ ਆ। ਉਸੇ ਕਰਕੇ ਹੀ ਭਗਵੰਤ ਮਾਨ ਮਾਨ ਦੀ ਗੌਰਮੈਂਟ 4.5 ਮਹੀਨਿਆਂ ਵਿੱਚ ਇਸ ਤਰੀਕੇ ਨਾਲ ਥੱਲੇ ਆ ਗਈ ਹੈ, ਜਾਂ ਇੰਨੀ ਵਿਸ਼ਵਾਸਯੋਗਤਾ ਕ੍ਰੈਡੀਬਿਲਟੀ ਉਹਨੇ ਲੋਅ ਕਰ ਲਈ ਹੈ। ਇਹ ਹੁਣ ਇਸ ਇੰਸੀਡੈਂਟ ਨੇ ਉਹ ਜਿਹੜਾ ਇਹ ਤੋਂ ਪਹਿਲਾਂ ਇੱਕ ਦਿਨ ਬੜੀ ਪਬਲਿਸਿਟੀ ਲੈਣ ਲਈ ਇਸ ਨੇ ਖੁਦ ਭਗਵੰਤ ਮਾਨ ਨੇ ਜਾ ਕੇ ਚੀਫ ਮਿਨਿਸਟਰ ਨੇ ਉਦੋਂ ਇਸ ਦੇ ਉੱਤੇ ਸਿਮਰਜੀਤ ਮਾਨ ਦੇ ਤੇ ਉਤੋਂ ਸਰਕਾਰੀ ਜ਼ਮੀਨ ਜਾਂ ਉਹਦੇ ਲੜਕੇ ਤੋਂ ਛੁਡਵਾਈ ਸੀਗੀ ਸਾਰੀ, ਉਹ ਸਾਰੇ ਖਤਮ ਹੀ ਹੋ ਗਿਆ ਸਾਰਾ। ਡਾਕਟਰੀ ਵਾਲੀ ਗੱਲ ਨੇ ਸਾਰੀ ਚੀਜ਼ ਨੂੰ ਗੁੱਥੇ ਲਾ ਦਿੱਤਾ। ਸਿੱਧੂ ਸਾਹਿਬ ਵੀ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਸਮਾਂ ਬਹੁਤ ਘੱਟ ਹੈ ਇਸ ਟਾਈਮ, ਪਰ ਗੱਲਾਂ ਬਹੁਤ ਨੇ। ਅਤੇ ਇਹਦੇ ਵਿੱਚ ਜਿੱਥੇ ਕਿ ਪੰਜਾਬ ਦੇ ਹਾਲਾਤ ਨੇ ਇਸ ਟਾਈਮ 'ਚ, ਚਾਹੇ ਅੱਜ ਸਿਹਤ ਮੰਤਰੀ ਦਾ ਇੰਨੀ ਇਹ ਪੰਗਾ ਪਿਆ, ਇਸ ਤੋਂ ਪਹਿਲਾਂ ਵੀ ਜਿਹੜੀ ਆ ਕਿ ਭਗਵੰਤ ਮਾਨ ਸਰਕਾਰ ਜੋ ਵੀ ਕਰਦੀ ਹੈ, ਸਵੇਰ ਨੂੰ ਕੁਛ ਹੁੰਦਾ ਸ਼ਾਮ ਨੂੰ ਕੁਛ ਹੁੰਦਾ, ਕਿਉਂਕਿ ਚਾਹੇ ਉਹ ਮੱਤੇਵਾੜੇ ਜੰਗਲ ਦੀ ਵੀ ਗੱਲ ਕਰ ਲਈ ਅਸੀਂ, ਉਹਨੂੰ ਜਦੋਂ ਉੱਥੇ ਉਦਯੋਗਿਕ ਖੇਤਰ ਲਾਉਣ ਦੀ ਗੱਲ ਕੀਤੀ ਗਈ ਤਾਂ ਜਦੋਂ ਲੋਕਾਂ ਦਾ ਪ੍ਰੈਸ਼ਰ ਪਿਆ ਤਾਂ ਉਹ ਵੀ ਇਹਨਾਂ ਨੇ ਵਾਪਸ ਲੈ ਲਿਆ। ਫਿਰ ਚਾਹੇ ਉਹ ਚੰਡੀਗੜ੍ਹ ਦੀ ਗੱਲ ਹੋਵੇ, ਚਾਹੇ ਵੱਖਰੀ ਵਿਧਾਨ ਸਭਾ ਦੀ ਗੱਲ ਇਹਨਾਂ ਨੇ ਕੀਤੀ ਹੋਵੇ, ਉਹ ਵੀ ਇਹਨਾਂ ਨੂੰ ਵਾਪਸ ਲੈਣੀ ਪਈ। ਜਦੋਂ ਰੋਹ ਜਾਗ ਜਾਂਦਾ ਫਿਰ ਇਹ ਵਾਪਸ ਲੈ ਲੈਂਦੇ ਨੇ, ਅਤੇ ਫਿਰ ਇਸ ਤਰ੍ਹਾਂ ਸਰਕਾਰ ਦੀ ਸਥਿਰਤਾ ਜਿਹੜੀ ਕਿਸ ਤਰ੍ਹਾਂ ਬਣੀ ਰਹੇਗੀ? ਵੇਖੋ, ਪਤਾ ਨਹੀਂ ਕਿੰਨਾ ਚਿਰ ਚੱਲੇ ਸਰਕਾਰ ਦੀ ਕ੍ਰੈਡੀਬਿਲਟੀ। ਇੰਨਾ ਵੇਖੋ, ਹੋਮਵਰਕ ਕਰਕੇ ਨਹੀਂ ਜਾਂਦੇ, ਸਾਰੀ ਚੀਜ਼ ਨੂੰ ਚੰਗੀ ਤਰ੍ਹਾਂ ਘੋਖ ਕੇ ਨਹੀਂ ਜਾਂਦੇ, ਤੁਰਤ ਪਬਲਿਸਿਟੀ ਵਾਲੀ ਭੱਜਦੇ ਆ। ਅਤੇ ਪ੍ਰੈਸ ਨੂੰ ਇਹਨਾਂ ਨੇ ਆਪਦੇ ਜਾਣੇ ਬੰਦੋਬਸਤ ਕੀਤਾ, ਮੈਨੇਜ ਕੀਤਾ ਵਾ, ਅਤੇ ਪ੍ਰੈਸ ਦੇ ਰਾਹੀਂ ਇਹ ਪਬਲਿਸਿਟੀ ਲੈਣਾ ਚਾਹੁੰਦੇ ਆ। ਐਕਸ਼ਨ ਸਾਰੇ ਪੂਰੇ ਸੁਲਝੇ ਤਰੀਕੇ ਨਾਲ ਗਿਣ ਮਿਥ ਕੇ ਕਰਨਾ ਚਾਹੀਦਾ। ਪਹਿਲੀ ਗੱਲ ਤਾਂ ਕੋਆਰਡੀਨੇਸ਼ਨ ਭਗਵੰਤ ਮਾਨ ਦੀ ਗੌਰਮੈਂਟ ਵਿੱਚ ਅੰਦਰੋਂ ਹੈ ਨਹੀਂ ਗੀ, ਮਿਨਿਸਟਰਾਂ ਨਾਲ ਹੈ ਨਹੀਂ। ਇਹ ਬੜਾ ਜ਼ੋਰ ਲੋਕਾਂ 'ਚ ਹਜੇ ਤੱਕ ਹੈ ਵੀ ਭਗਵੰਤ ਮਾਨ ਦੀ ਜਿਹੜੀ ਗੌਰਮੈਂਟ ਹੈ ਉਹ ਦਿੱਲੀੋਂ ਚੱਲਦੀ ਹੈ। ਇਸ ਕਰਕੇ ਕਈ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਇਹ ਰਿਮੋਟ ਕੰਟਰੋਲ ਨਾਲ ਚੱਲਦਾ, ਇਹਦੇ ਕਰਕੇ ਭਗਵੰਤ ਮਾਨ ਦੀ ਗੌਰਮੈਂਟ ਦਾ ਦਿਨੋਂ ਦਿਨ ਜਿਹੜਾ ਗ੍ਰਾਫ ਹੈ ਉਹ ਥੱਲੇ ਡਿੱਗਦਾ ਜਾ ਰਿਹਾ। ਸਿੱਧੂ ਸਾਹਿਬ, ਇਹ ਗੱਲ ਤਾਂ ਮੰਨ ਲਈ ਗਈ ਕਿ ਜਿਹੜੀ ਭਗਵੰਤ ਮਾਨ ਸਰਕਾਰ ਹੈ ਉਹ ਰਿਮੋਟ ਦੇ ਨਾਲ ਦਿੱਲੀੋਂ ਚੱਲਦੀ ਹੈ, ਪਰ ਹੁਣ ਰਿਮੋਟ ਦੀ ਵੀ ਲੋੜ ਨਹੀਂ। ਹੁਣ ਤਾਂ ਸੈਂਸਰ ਲੱਗ ਗਏ ਨੇ ਕਿ ਜਿਹੜੇ ਰਾਘਵ ਚੱਢਾ ਨੇ ਉਹ ਹੀ ਸਾਰੀ ਸਰਕਾਰ ਚਲਾ ਰਹੇ ਨੇ, ਸਲਾਹਕਾਰ ਨਿਯੁਕਤ ਹੋਏ ਨੇ, ਸਲਾਹਕਾਰ ਕਮੇਟੀ ਦੇ ਜਿਹੜੇ ਚੇਅਰਮੈਨ ਨੇ ਇਹ। ਅਤੇ ਉਸ ਤੋਂ ਬਾਅਦ ਇਹ ਵੀ ਗੱਲ ਆ ਰਹੀ ਹੈ ਵੀ ਸਾਰੀ ਸਰਕਾਰ ਹੀ ਰਾਘਵ ਚੱਢਾ ਚਲਾ ਰਹੇ ਨੇ, ਅਤੇ ਦੂਜੇ ਪਾਸੇ ਜਿਹੜੇ ਮੰਤਰੀ ਨੇ ਆਏ ਦਿਨ ਨਵਾਂ ਤੋਂ ਨਵਾਂ ਜਿਹੜੀ ਗੱਲ ਹੈ ਵਿਵਾਦਾਂ ਦੇ ਵਿੱਚ ਲੈ ਆਉਂਦੇ, ਅਤੇ ਫਿਰ ਭਗਵੰਤ ਮਾਨ ਦਾ ਅਕਸਰ ਕਿੱਥੇ ਰਹਿ ਗਿਆ, ਜਿਹੜਾ ਕਿ ਪੰਜਾਬ ਦਾ ਮੁੱਖ ਮੰਤਰੀ ਹੈ? ਵੇਖੋ, ਆ ਜਿਹੜੀ ਸਿਹਤ ਮੰਤਰੀ ਵਾਲੀ ਗੱਲ ਹੈ ਤਾਂ ਅਚਾਨਕ ਹੋ ਗਈ ਹੈ। ਇਹ ਤਾਂ ਹੋ ਜਾਂਦੀਆਂ ਹੁੰਦੀਆਂ ਇਹੋ ਜਿਹੀਆਂ ਸਾਰੀਆਂ ਗੱਲਾਂ। ਸਵਾਲ ਤਾਂ ਇੱਕ ਬੇਸਿਕ ਹੈ ਵੀ ਕੋਆਰਡੀਨੇਸ਼ਨ ਮਿਨਿਸਟਰੀਆਂ ਵਿੱਚ ਤੇ ਸਰਕਾਰ 'ਚ ਹੈ ਨਹੀਂ। ਇਹਦੀ ਇੱਕੋ ਐਗਜ਼ਾਮਪਲ ਹੈ ਵੀ ਭਗਵੰਤ ਮਾਨ ਹਜੇ ਤੱਕ ਆਪਣਾ ਜਿਹੜਾ ਇੰਟੈਲੀਜੈਂਸ ਦਾ ਚੀਫ ਹੈ ਪੰਜਾਬ ਦਾ,
ਉਸ ਨਾਲ ਇੱਕ ਮੁਲਾਕਾਤ ਵੀ ਨਹੀਂ ਕੀਤੀ 4.5 ਮਹੀਨਿਆਂ ਵਿੱਚ, ਕਿ ਹਾਲਾਂਕਿ ਇਹ ਇੱਕ ਪੂਰਾ ਹੈਗਾ ਆਪਦਾ ਇੰਡੀਪੈਂਡੈਂਟ ਇੰਟੈਲੀਜੈਂਸ ਦਾ ਜਿਹੜਾ ਨੈਟਵਰਕ ਹੁੰਦਾ ਉਹਦਾ ਸਾਰਾ ਚੀਫ ਮਿਨਿਸਟਰ ਨੂੰ ਪਤਾ ਹੋਣਾ ਚਾਹੀਦਾ ਵੀ ਮੇਰੀ ਸਟੇਟ ਵਿੱਚ ਕਿਹੜੇ ਕਿੱਥੇ ਕਿਵੇਂ ਕਿਹੜੀ ਸਾਈਡ ਉੱਤੇ ਕੀ ਹੋ ਰਿਹਾ। ਇਸ ਕਰਕੇ ਜਿਹੜੀ ਇਹ CID ਦਾ ਕੰਮ ਹੁੰਦਾ, ਇਸ ਦੇ ਜਿਹੜੇ ਮੁਖੀ ਹੁੰਦਾ, ਉਸ ਨਾਲ ਥੋੜ੍ਹੀ ਚਿਰ ਮੀਟਿੰਗ ਹੋਵੇ, ਮੀਟਿੰਗ ਹੋਣੀ ਚਾਹੀਦੀ ਹੈ। ਇਹ ਵੀ ਨਹੀਂ ਕਰ ਰਿਹਾ ਆਪਣੇ ਆਪ ਵਿੱਚ, ਫਿਰ ਕੀ ਹੈ ਸਾਰਾ ਕੁਛ ਤੇ ਦਾ ਮਤਲਬ ਕੋਈ ਕੋਆਰਡੀਨੇਸ਼ਨ ਨਹੀਂ ਹੈ ਇਸ ਦੀ ਚੀਫ ਮਿਨਿਸਟਰ ਦੀ, ਸਰਕਾਰ ਸਾਰੀ ਦੇ ਆਪਸ ਵਿੱਚ ਦੀ ਕੋਈ ਤਾਲਮੇਲ ਨਹੀਂ ਚੱਲ ਰਿਹਾ। ਇਹ ਵੀ ਆਪਣੇ ਆਪ ਵਿੱਚ ਦੁਖਦਾਈ ਆ। ਸਿੱਧੂ ਸਾਹਿਬ ਵੀ ਸਮਾਂ ਆਪਣਾ ਪੂਰਾ ਹੋ ਗਿਆ, ਪਰ ਜਾਂਦੇ ਜਾਂਦੇ ਪੰਥਕ ਨਜ਼ਰੀਏ ਦੇ ਰਾਹੀਂ ਤੁਸੀਂ ਕੀ ਕਹਿੰਦੇ ਹੋ, ਪੰਜਾਬ ਨੂੰ ਕਿਸ ਤਰ੍ਹਾਂ ਦਾ ਬਣਾਉਣਾ ਚਾਹੀਦਾ, ਸਰਕਾਰ ਨੂੰ ਕੀ ਕੁਝ ਕਰਨਾ ਚਾਹੀਦਾ ਹੈ, ਕਿਸ ਤਰ੍ਹਾਂ ਦਾ ਵਿਵਹਾਰ ਲੋਕਾਂ ਨਾਲ ਕਰਨਾ ਚਾਹੀਦਾ, ਅਤੇ ਕਿਸ ਤਰ੍ਹਾਂ ਦਾ ਜਿਹੜੇ ਕਿ ਅਹੁਦੇਦਾਰ ਨੇ, ਕੋਈ ਚਾਹੇ ਉਹ ਮੈਡੀਕਲ ਹਸਪਤਾਲ ਦਾ ਹੋਵੇ ਜਾਂ ਕਿਸੇ ਸਿੱਖਿਆ ਵਿਭਾਗ ਦਾ ਜਾਂ ਕਿਸੇ ਦਾ ਵੀ ਹੋਵੇ, ਉਹਨਾਂ ਦੇ ਨਾਲ ਕਿਸ ਤਰ੍ਹਾਂ ਇਹਨਾਂ ਨੂੰ ਚੱਲਣਾ ਚਾਹੀਦਾ ਹੈ, ਕਿਉਂਕਿ ਪੰਥ ਦਾ ਵੀ ਇੱਕ ਆਪਣਾ ਨਜ਼ਰੀਆ ਹੈ। ਵੇਖੋ, ਪੰਥ ਦੇ ਨਜ਼ਰੀਏ ਦੇ ਉੱਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਅਸਲ ਵਿੱਚ ਪੰਥ ਦਾ ਨਜ਼ਰੀਆ ਲੋਕਾਂ ਦਾ ਨਜ਼ਰੀਆ। ਲੋਕਾਂ ਦਾ ਨਜ਼ਰੀਆ ਇਹ ਹੈ ਵੀ ਹੌਸਪੀਟਲ ਅਤੇ ਜਿਹੜੇ ਸਕੂਲ ਹੈ, ਸਰਕਾਰੀ ਸਕੂਲ ਅਤੇ ਸਰਕਾਰੀ ਹਸਪਤਾਲ ਹੈ, ਇਹਨਾਂ ਨੂੰ ਲੋਕਾਂ ਦੀ ਪਹੁੰਚ ਵਾਲੇ ਬਣਾਉਣੇ ਚਾਹੀਦੇ। ਲੋਕ ਇੱਥੇ ਜਾਣ, ਇਹਨਾਂ ਨੂੰ ਸਾਰਿਆਂ ਨੂੰ ਸੁਧਾਰਨਾ ਚਾਹੀਦਾ ਦੋਨਾਂ ਨੂੰ। ਇਹ ਪ੍ਰਾਈਵੇਟ ਇੰਡਸਟਰੀ ਨੂੰ ਨਹੀਂ ਵਧਾਉਣਾ ਚਾਹੀਦਾ, ਅਤੇ ਇਹ ਪ੍ਰਾਈਵੇਟ ਹੌਸਪੀਟਲ, ਪ੍ਰਾਈਵੇਟ ਸਕੂਲ, ਇਹਨਾਂ ਨੂੰ ਬੜਾਵਾ ਦੇਣ ਦਾ, ਇਹਨਾਂ ਨੂੰ ਤਕੜੇ ਕਰਨ ਦੀ ਕੋਈ ਇਹੋ ਜਿਹਾ ਐਕਟ ਨਹੀਂ ਕਰਨਾ ਚਾਹੀਦਾ। ਸਰਕਾਰ ਨੂੰ ਚਾਹੀਦਾ ਇਹ ਦੋ ਚੀਜ਼ਾਂ, ਐਜੂਕੇਸ਼ਨ ਅਤੇ ਸਿਹਤ, ਇਹ ਦੋਨਾਂ ਉੱਤੇ ਜ਼ੋਰ ਦੇਵੇ। ਇਹ ਦੋਨਾਂ ਲਈ ਸਕੂਲ ਅਤੇ ਹਸਪਤਾਲ ਜਿਹੜੇ ਦੋਨਾਂ ਨੂੰ ਮਜ਼ਬੂਤ ਕਰਨਾ ਪਏਗਾ। ਹਾਂ, ਬਿਲਕੁਲ ਠੀਕ ਗੱਲ ਹੈ ਸਿੱਧੂ ਸਾਹਿਬ, ਕਿ ਪੰਥਕ ਨਜ਼ਰ ਜਿਹੜੀ ਹੈਗੀ ਆ ਉਹ ਇੱਕ ਲੋਕਾਂ ਦੀ ਨਜ਼ਰ ਆ, ਉਹ ਇੱਕ ਆਮ ਜਨਤਾ ਦੀ ਨਜ਼ਰ ਆ, ਕਿਉਂਕਿ ਗੁਰੂ ਸਾਹਿਬ ਦਾ ਇੱਕ ਜਿਹੜਾ ਹੁਕਮ ਹੈ ਉਹ ਇਹੀ ਹੈ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਅਤੇ ਦੂਜੀ ਗੱਲ ਇਹ ਹੈ ਕਿ ਆਪਸ 'ਚ ਮਿਲ ਵਰਤ ਕੇ ਰਹਿਣਾ ਚਾਹੀਦਾ, ਹਰ ਦੂਜੇ ਦੀ ਜਿਹੜੀ ਆ ਕਿ ਦੁੱਖ ਸੁੱਖ 'ਚ ਕੰਮ ਆਉਣਾ ਚਾਹੀਦਾ। ਸੋ ਉਸ ਦੇ ਨਾਲ ਜਿਹੜੀ ਆ ਕਿ ਸਰਕਾਰ ਨੂੰ ਵੀ ਇਹ ਸੋਚਣਾ ਚਾਹੀਦਾ, ਅਤੇ ਜਿਹੜੇ ਅਧਿਕਾਰੀ ਨੇ, ਉੱਚ ਅਧਿਕਾਰੀ ਨੇ, ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਅਸੀਂ ਲੋਕਾਂ ਦੇ ਨਾਲ ਕਿਸ ਤਰ੍ਹਾਂ ਚੱਲਣਾ ਹੈ, ਕਿ ਜੇ ਲੋਕਾਈ ਰਹੂਗੀ ਤਾਂ ਹੀ ਰਾਜ ਰਹੂਗਾ, ਅਤੇ ਤਾਂ ਹੀ ਅਧਿਕਾਰੀ ਰਹਿਣਗੇ, ਨਹੀਂ ਤਾਂ ਕੋਈ ਵੀ ਨਹੀਂ ਰਹੇਗਾ। ਸੋ ਅਸੀਂ ਇੱਥੇ ਹੀ ਜਿਹੜੀ ਆ ਕਿ ਪੰਥਕ ਨਜ਼ਰ ਦੇ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਤੋਂ ਇਜਾਜ਼ਤ ਲੈਂਦੇ ਹਾਂ, ਅਤੇ ਮੇਰੇ ਨਾਲ ਸਰਦਾਰ ਜਸਪਾਲ ਸਿੰਘ ਸਿੱਧੂ ਜੀ ਵੀ ਆਪ ਸਾਰਿਆਂ ਨੂੰ ਫਤਿਹ ਅਰਜ਼ ਕਰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।